ਸੋ ਜੀ ਸਾਡੀ ਵੈਬਸਾਈਟ pbkchannel.com ਇੱਥੇ ਤੁਸੀਂ ਜਿਹੜਾ ਪਤਨ ਤੇ ਚੀ ਵਾਲੇ ਸੈਕਸ਼ਨ ਦੇ ਜਿਵੇਂ ਕਲਿੱਕ ਕਰੋਗੇ ਇੱਥੇ ਤੁਹਾਡੇ ਸਾਹਮਣੇ ਸਾਰੇ ਵੀਡੀਓਜ਼ ਦੇ ਲਿੰਕ ਤੁਹਾਨੂੰ ਇੱਥੇ ਮਿਲ ਜਾਣਗੇ। ਦੂਸਰੇ ਚੈਪਟਰ ਦੇ ਅਲੱਗ ਕੀਤੇ ਹੋਏ ਨੇ। ਕਲਿੱਕ ਹੇਅਰ ਟੂ ਵਾਚ ਤੇ ਜਿਵੇਂ ਕਲਿੱਕ ਕਰੋਗੇ ਉਹ ਵੀਡੀਓ ਤੁਹਾਡੇ ਸਾਹਮਣੇ ਚੱਲ ਪਏਗੀ। ਉਸ ਤੋਂ ਬਾਅਦ ਸਾਰੇ ਜਿੰਨੇ ਵੀ ਲਿੰਕ ਅਸੀਂ ਅੱਜ ਤੱਕ ਵੀਡੀਓ ਬਣਾਈਆਂ ਨੇ ਉਹ ਸਾਰੀਆਂ ਦੇ ਲਿੰਕ ਤੁਹਾਨੂੰ ਇੱਥੇ ਅਵੇਲੇਬਲ ਨੇ। ਚੈਪਟਰ ਦਾ ਨਾਮ ਨਾਲ ਸਭ ਕੁਝ ਡਿਟੇਲ ਹੈ ਸਾਰੀ ਇੱਥੇ ਦਿੱਤੀ ਹੋਈ ਵੀ ਕਿੰਨੇ ਤੋਂ ਕਿੰਨੇ ਪੇਜ ਤੱਕ ਅਸੀਂ ਕਵਰ ਕੀਤਾ ਹੋਇਆ। ਉਸ ਤੋਂ ਬਾਅਦ ਜੇਕਰ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰਨਾ ਚਾਹੁੰਦੇ ਹੋ ਪਤਨ ਤੇ ਸੀ ਵਾਲੀ ਡਾਊਨਲੋਡ ਇੱਥੇ ਕਰ ਸਕਦੇ। ਡਾਊਨਲੋਡ ਐਪ ਹੇਅਰ ਇਹਦੇ 'ਤੇ ਕਲਿੱਕ ਕਰਕੇ ਜੇਕਰ ਤੁਸੀਂ ਬੁੱਕ ਖਰੀਦਣਾ ਚਾਹੁੰਦੇ ਹੋ ਤੁਸੀਂ ਇੱਥੇ ਕਲਿੱਕ ਕਰੋਗੇ। ਇੱਥੇ ਕਲਿੱਕ ਕਰਨਾ ਤੁਸੀਂ ਸਿੱਧਾ Amazon 'ਤੇ ਰੀਡਾਇਰੈਕਟ ਹੋ ਜਾਓਗੇ। Amazon 'ਤੇ ਤੁਹਾਨੂੰ ਸਿੱਧਾ ਉਹ ਬੁੱਕ ਮਿਲ ਜਾਏਗੀ। Amazon ਤੋਂ ਤੁਸੀਂ ਉਸ ਬੁੱਕ ਨੂੰ ਆਰਾਮ ਨਾਲ ਖਰੀਦ ਸਕਦੇ ਹੋ। ਸੋ ਠੀਕ ਹੈ ਜੀ, ਇਹ ਜਿਹੜਾ ਵੈਬਸਾਈਟ ਹੈ ਸਾਡੀ pbkchannel.com ਇਹਨੂੰ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ। ਪਤਨ ਤੇ ਸੀ ਬਾਰੇ ਇੱਥੇ ਤੁਹਾਨੂੰ ਸਾਰੇ ਵੀਡੀਓਜ਼ ਲਿੰਕ ਤੇ ਪਤਨ ਤੇ ਵੀ ਦੇ ਸਾਰੇ ਚੈਪਟਰ ਦੇ ਜਿੰਨੀ ਵੀ ਡਿਟੇਲ ਨੇ ਸ਼ੋਰਟ ਸਾਈਜ਼ ਤੁਹਾਨੂੰ ਇੱਥੇ ਮਿਲ ਜਾਣਗੀਆਂ। ਉਸ ਤੋਂ ਬਾਅਦ ਜੇਕਰ ਕੋਈ ਭੈਣ ਭਰਾ ਸਾਨੂੰ ਡੋਨੇਟ ਕਰਨਾ ਚਾਹੁੰਦਾ ਡੋਨੇਟ ਕਰ ਸਕਦਾ ਸਾਨੂੰ ਬਾਈ ਮੀ ਕਾਫੀ ਰਾਹੀਂ। ਇੱਥੇ ਕਲਿੱਕ ਕਰੋਗੇ ਸਾਨੂੰ ਡੋਨੇਟ ਕਰ ਸਕਦੇ ਹੋ ਜਿੰਨੀ ਤੁਹਾਡੀ ਇੱਛਾ ਹੋਵੇ। 2 ਯੂਰੋ 3 ਯੂਰੋ ਜਿੰਨੀ ਤੁਸੀਂ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਇੱਕ ਹੋਰ ਗੱਲ ਮੈਂ ਤੁਹਾਡੇ ਸਾਰੇ ਸਾਹਮਣੇ ਰੱਖਣੀ ਚਾਹਾਂਗਾ ਕਿ ਕਦੀ ਸਾਨੂੰ ਮੈਸੇਜ ਆਉਂਦੇ ਨੇ ਜਾਂ ਕਮੈਂਟ ਆਉਂਦੇ ਨੇ ਵੀ ਭਾਜੀ ਦਿਨ ਦੀ 2 ਵੀਡੀਓ ਪਾ ਦਿਆ ਕਰੋ ਜਾਂ ਕੋਈ ਲੰਮੀ ਵੀਡੀਓ ਪਾ ਦਿਆ ਕਰੋ। ਸੋ ਉਹ ਫਿਲਹਾਲ ਦੀ ਘੜੀ ਮੁਮਕਿਨ ਬਿਲਕੁਲ ਵੀ ਨਹੀਂ ਹੈਗਾ। ਤੁਸੀਂ ਆਪ ਸਮਝ ਸਕਦੇ ਹੋ, ਤੁਸੀਂ ਆਪ ਸਿਆਣੇ ਹੋ ਕਿ ਅਸੀਂ ਆਪ ਕੰਮ 'ਤੇ ਜਾਂਦੇ ਹਾਂ। ਕੰਮ ਤੋਂ ਜਾਣਾ ਹੁੰਦਾ, ਕੰਮ ਤੋਂ ਘਰੇ ਆਉਣਾ ਹੁੰਦਾ। ਸੋ ਵੀਡੀਓ ਰਿਕਾਰਡ ਵੀ ਕਰਨੀ ਹੁੰਦੀ ਹੈ। ਉਹਦੇ ਜਿਹੜਾ ਮਾੜਾ ਮੋਟਾ ਟੱਚ ਦੇਣਾ ਹੁੰਦਾ, ਜਿਹੜਾ ਤੁਹਾਡੇ ਸਾਹਮਣੇ ਸ਼ੋ ਹੁੰਦੇ ਨੇ ਇਫੈਕਟ ਜੇ ਇਹਦੇ 'ਤੇ ਵੀ ਟੱਚ ਦੇਣਾ ਹੁੰਦਾ। ਸੋ ਐਪਲੀਕੇਸ਼ਨਾਂ 'ਤੇ ਵੀ ਕੰਮ ਕਰਨਾ ਹੁੰਦਾ। ਹੋਰ ਵੀ ਕਈ ਐਸੇ ਛੋਟੇ ਕੰਮ ਹੁੰਦੇ ਨੇ ਜਿਨ੍ਹਾਂ ਨੂੰ ਕਰਨ ਵਿੱਚ ਸਾਨੂੰ ਟਾਈਮ ਲੱਗਦਾ। ਸੋ ਦਿਨ ਦੀ 2 ਵੀਡੀਓ ਆ ਪਾਣੀ ਬਹੁਤ ਔਖਾ ਹੈ। ਸੋ ਇੱਥੇ ਮੇਰੇ ਹੱਥ ਖੜ੍ਹੇ ਆ। ਇੱਕ ਵੀਡੀਓ ਆ ਸਕਦੀ ਹੈ ਅਤੇ ਉਹ ਮੈਂ ਆਰਾਮ ਨਾਲ ਪਾ ਰਿਹਾ ਵਾਂ ਅਤੇ ਵੀਡੀਓ ਕੰਟੀਨਿਊ ਇੱਦਾਂ ਹੀ ਆਉਂਦੀਆਂ ਰਹਿਣਗੀਆਂ। ਪੂਰਾ ਪਤਨ ਤੇ ਸੀ ਪੂਰਾ ਫ੍ਰੀ ਹੋਏਗਾ, ਤੁਹਾਨੂੰ ਇਸ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਪਤਨ ਤੇ ਵੀ ਜਿੱਦਾਂ ਫ੍ਰੀ ਸੀ ਉੱਦਾਂ ਹੀ ਪਤਨ ਤੇ ਸੀ ਵੀ ਪੂਰਾ ਫ੍ਰੀ ਰਹੇਗਾ। ਤੁਸੀਂ ਤਿਆਰੀ ਕਰਨੀ ਆ ਬਸ ਘਰੇ ਬੈਠੇ। ਸੋ ਚਲੋ ਜੀ, ਮੇਰਾ ਲੈਕਚਰ ਅੱਜ ਦਾ ਬਹੁਤ ਹੋ ਗਿਆ। ਸੋ ਸ਼ੁਰੂ ਕਰਦੇ ਆਪਣੀ ਅੱਜ ਦੀ ਵੀਡੀਓ ਨੂੰ। 153 ਨੰਬਰ ਪੇਜ ਆਪਣਾ ਲਿਮਿਟੇ ਦੀ ਮਾਸਾ ਕੰਪਲੇਸਿਵਾ ਆ ਪਿਆਨੋ ਕਾਰਿਕੋ। ਆਪਣੇ ਵਜ਼ਨ ਦੀ ਲਿਮਟ, ਟੋਟਲ ਵਜ਼ਨ ਦੀ ਲਿਮਟ ਕੀ ਹੋਏਗੀ ਗੱਡੀ ਦੇ ਫੁੱਲ ਹੋਣ 'ਤੇ। ਠੀਕ ਹੈ ਜੀ। ਸੋ ਇਹ 153 ਨੰਬਰ ਪੇਜ ਆ। ਵੱਧਦੇ ਹਾਂ ਪਹਿਲੇ ਸਵਾਲ 'ਤੇ। Il limite di massa complessiva a pieno carico per i veicoli a motore isolati a 2 assi è di 18 tonnellate ਤੇ ਬ੍ਰੈਕਟਾਂ ਵਿੱਚ ਲਿਖਿਆ ਹੋਇਆ ad eccezione di particolari autobus। ਸੋ ਇਸ ਸਵਾਲ 'ਚ ਆਪਾਂ ਨੂੰ ਵਜ਼ਨ ਬਾਰੇ ਦੱਸਦਾ ਪਿਆ ਕਿੰਨੇ ਵਜ਼ਨ ਦੀ ਆਪਣੀ ਲਿਮਟ ਆ। ਲਿਮਿਟੇ ਮਾਸਾ ਕੰਪਲੇਸਿਵਾ ਆ ਪਿਆਨੋ ਕਾਰਿਕੋ ਫੁੱਲ ਹੋਣ 'ਤੇ ਗੱਡੀ ਦੀ ਜਿਹੜੀ ਲਿਮਟ ਹੋਏਗੀ ਵਜ਼ਨ ਦੀ। ਗੱਡੀ ਆ ਮੋਟੋਰੇ ਜਿਹੜੀ ਗੱਡੀ ਵਿੱਚ ਮੋਟਰ ਲੱਗੀ ਆ ਜਿਹਦੇ 2 ਐਕਸਲ ਨੇ ਉਹਦਾ ਵਜ਼ਨ ਹੋਏਗਾ 18 ਟਨ। ਠੀਕ ਹੈ। ਅਤੇ ਇੱਥੇ ਨਾਲ ਲਿਖਤਾ ਅਦ ਅਚੇਤਸਿਓਨੇ ਦੀ ਪਰਟੀਕੁਲਾਰੀ ਆਊਟੋਬੂਸ, ਮਤਲਬ ਕਿ ਖਾਸ ਤਰੀਕੇ ਦੀ ਜਿਹੜੀ ਆਊਟੋਬੂਸ ਹੋਏਗੀ ਉਹਨੂੰ ਛੱਡ ਕੇ ਉਹਨਾਂ ਦਾ ਵਜ਼ਨ 19 ਟਨ ਤੱਕ ਦਾ ਹੋ ਸਕਦਾ। ਠੀਕ ਹੈ ਜੀ। ਪਰ ਜਿਹੜੀ ਮੋਟਰ ਗੱਡੀ ਹੋਏਗੀ ਉਹਦਾ ਵਜ਼ਨ 18 ਟਨ ਹੋਏਗਾ। 18 ਟਨ ਦੀ ਲਿਮਟ ਆ ਵਜ਼ਨ ਦੀ। ਠੀਕ ਹੈ। ਸੋ ਇਹ ਵੇਰਵਾ ਅਗਲੇ ਸਵਾਲ 'ਚ ਵੀ ਸੇਮ ਹੀ ਆ, ਬਸ ਇੱਥੇ ਨੇ ਲਿਖਤੇ 3 80 3 ਐਕਸਲ ਨੇ ਗੱਡੀ ਦੇ ਅਤੇ ਉਹਨਾਂ ਦਾ ਵਜ਼ਨ ਕਰਤਾ 25 ਟਨ। ਠੀਕ ਹੈ। ਉਸ ਤੋਂ ਪਹਿਲਾਂ ਕਿੰਨਾ ਸੀ 2 ਐਕਸਲ ਸੀ ਉਹਦਾ 18 ਟਨ ਸੀ। ਧਿਆਨ ਰੱਖਿਓ ਇਹਨਾਂ ਟਨਾਂ ਦਾ ਹਿਸਾਬ ਨਾਲ ਲਿਖਤਾ oppure di 26 tonnellate se sono rispettate particolari prescrizioni। ਕਹਿੰਦਾ ਉਹਨਾਂ ਦਾ 26 ਟਨ ਵੀ ਹੋ ਸਕਦਾ se sono rispettate particolari prescrizioni ਜੇਕਰ ਉਹਨਾਂ ਨੂੰ ਕੋਈ ਸਪੈਸ਼ਲ ਤਰੀਕੇ ਨਾਲ ਲਿਖ ਕੇ ਦਿੱਤਾ ਹੋਇਆ, ਮਤਲਬ ਕਿਸੇ ਜਗ੍ਹਾ 'ਤੇ ਲਿਖ ਕੇ ਦਿੱਤਾ ਹੋਇਆ ਉਹਨਾਂ ਨੂੰ ਵੀ ਹਾਂ ਇਹਨਾਂ ਦਾ ਵਜ਼ਨ ਇੰਨਾ ਹੋ ਸਕਦਾ। ਸੋ ਉਹ ਲੈ ਕੇ ਜਾ ਸਕਦੇ ਨੇ 26 ਟਨ ਤੱਕ ਦਾ ਵਜ਼ਨ। ਠੀਕ ਹੈ। ਸੋ ਵੀਰੋ ਅੱਗੇ ਕਹਿੰਦਾ 480 ਦੀ ਗੱਲ ਕਰਦਾ ਪਿਆ। 480 'ਤੇ ਫਿਰ 25 ਟਨ ਦੀ ਗੱਲ ਹੋ ਗਈ। 4 ਐਕਸਲ 'ਤੇ ਵੀ 25 ਟਨ ਅਤੇ ਨੀਚੇ ਲਿਖਤਾ oppure di 32 tonnellate se sono rispettate particolari prescrizioni। ਸੇਮ ਉਹੀ ਵੀ ਜੇਕਰ 4 ਐਕਸਲ ਨੇ ਅਤੇ 25 ਟਨ ਹੋਏਗਾ, ਪਰ ਜੇਕਰ ਕੁਝ ਖਾਸ ਹੈ ਕਿਸੇ ਤਰੀਕੇ ਨਾਲ ਖਾਸ ਤਰੀਕੇ ਨਾਲ ਲਿਖਿਆ ਹੋਇਆ ਫਿਰ 32 ਟਨ ਹੋ ਸਕਦਾ। ਸੋ ਇਹ ਵੀ ਵੇਰੋ। ਅਗਲਾ ਕਹਿੰਦਾ dipende dal totale degli assi di cui è dotato il veicolo। ਕਹਿੰਦਾ ਜਿਹੜਾ ਲਿਮਿਟ ਹੁੰਦੀ ਹੈ ਵਜ਼ਨ ਦੀ ਜਿਹੜੀ ਲਿਮਟ ਹੁੰਦੀ ਟੋਟਲ ਗੱਡੀ ਦੀ ਜਿਹੜੀ ਲਿਮਟ ਹੋਏਗੀ ਉਹ ਡਿਪੈਂਡ ਕਰਦੀ ਹੈ ਦਲ ਤੋਤਾਲੇ ਟੋਟਲ 'ਤੇ ਦਾਲੀ ਆਸੀ ਵੀ ਐਕਸਲ ਕਿੰਨੇ ਨੇ ਕੋਈ dotato il veicolo ਜਿਹਦੇ 'ਤੇ ਗੱਡੀ ਲੱਗੀ ਹੈ, ਮਤਲਬ ਗੱਡੀ ਦੇ ਵਿੱਚ ਐਕਸਲ ਕਿੰਨੇ ਉਹਨਾਂ 'ਤੇ ਵਜ਼ਨ ਡਿਪੈਂਡ ਕਰਦਾ। ਸੋ ਠੀਕ ਹੈ ਜੀ। ਆ ਵੇਰੋ ਕਿਉਂਕਿ ਆਪਾਂ ਉੱਤੇ ਵੇਖਦੇ ਪਏ ਐਕਸਲ ਦੇ ਹਿਸਾਬ ਨਾਲ ਵਜ਼ਨ ਘਟਦਾ ਵੱਧਦਾ ਪਿਆ। ਅਗਲਾ ਸਵਾਲ 3 o più assi dipende anche dalla presenza o meno di sospensioni pneumatiche e ruote gemellate। ਕਹਿੰਦਾ 3 ਐਕਸਲ ਜਾਂ 3 ਤੋਂ ਜ਼ਿਆਦਾ ਐਕਸਲ anche dalla presenza ਮਤਲਬ ਮੌਜੂਦ ਹੋਵੇ ਜਾਂ ਨਾ ਮੌਜੂਦ ਹੋਣ, ਨਾ ਹੋਣ ਸਸਪੈਂਸੀਓਨੀ ਪਨਿਊਮਾਟਿਕ ਹੋਣ ਜਾਂ ਨਾ ਹੋਣ ਉਹਨਾਂ 'ਤੇ ਡਿਪੈਂਡ ਕਰਦਾ। ਇਹ ਰੂਓ 'ਤੇ ਜਿਵੇਂ ਲਾਤੇ ਅਤੇ ਟਾਇਰ ਜਿਹੜੇ ਡਬਲ ਟਾਇਰ ਹੁੰਦੇ ਆ ਉਹਨਾਂ 'ਤੇ ਵੀ ਇਹ ਡਿਪੈਂਡ ਕਰਦਾ। ਸੋ ਹੈ ਵੇਰੋ ਡਬਲ ਟਾਇਰ ਹੋਣਾ ਗੱਡੀ ਵਿੱਚ ਅਤੇ ਏਅਰ ਸਸਪੈਂਸ਼ਨ ਹੋਣਾ, ਇਹਨਾਂ ਦੋਨਾਂ ਦੇ ਹੋਣ ਨਾਲ ਵੀ ਵਜ਼ਨ 'ਤੇ ਫਰਕ ਪੈਂਦਾ। ਠੀਕ ਹੈ। ਸੋ ਵਜ਼ਨ ਉਸ ਹਿਸਾਬ 'ਤੇ ਵੀ ਡਿਪੈਂਡ ਕਰਦਾ। ਸੋ ਵੇਰੋ
ਅੱਗੇ ਫਿਰ ਕਹਿੰਦਾ 2 ਐਕਸਲ ਨੇ ਤੇ 8 ਟਨ ਦਾ ਵਜ਼ਨ ਦੱਸਦਾ ਪਿਆ ਇੱਥੇ। ਫਿਰ ਇੱਥੇ ਬੱਸਾਂ ਛੱਡਤੀਆਂ, ਸੋ ਇਹ ਵੀ ਫਾਲਸੋ ਹੋ ਗਿਆ ਕਿਉਂਕਿ 18 ਟਨ ਹੈ ਨਾ ਕਿ 2 ਟਨ। ਇਹ ਵਾਲਾ ਪੇਜ ਆਪਾਂ ਜਲਦੀ ਕਰਾਂਗੇ ਕਿਉਂਕਿ ਈਜ਼ੀ ਹੀ ਆ, ਕੁਝ ਖਾਸ ਔਖਾ ਇਹਦੇ 'ਚ ਹੈ ਨਹੀਂ, ਸਮਝਾਉਣ ਵਾਲਾ ਹੈ ਨਹੀਂ ਕੁਛ ਇਹਦੇ 'ਚ। ਸੋ 3 ਐਕਸਲ ਨੇ ਤੇ 15 ਟਨ ਦਾ ਵਜ਼ਨ ਕਹਿੰਦਾ ਪਿਆ, ਸੋ ਫਾਲਸੋ ਹੋ ਜਾਂਦਾ 3 ਐਕਸਲ ਤੇ ਆਪਾਂ ਨੂੰ 25 ਟਨ ਦੀ ਇਜਾਜ਼ਤ ਹੈ। ਠੀਕ ਹੈ, 3 ਐਕਸਲ 25 ਟਨ, 26 ਟਨ ਤੱਕ ਆਪਾਂ ਜਾ ਸਕਦੇ ਹਾਂ, ਸੋ ਇਹ ਵੀ ਫਾਲਸੋ। ਅਗਲਾ ਫਿਰ ਉਹਨੇ 4 ਐਕਸਲ ਦੇ ਦਿੱਤੇ ਨੇ ਤੇ 40 ਟਨ ਵਜ਼ਨ ਕਰਤਾ ਹੈ। Oppure di 44 tonnellate se sono rispettate particolari prescrizioni। ਤੇ ਕਹਿੰਦਾ 40 ਟਨ ਵੀ ਹੋ ਸਕਦਾ। 4 ਐਕਸਲ ਦੀ ਗੱਲ ਕਰਦਾ ਵਾ, 4 ਐਕਸਲ ਦੇ ਪਹਿਲੀ ਗੱਲ ਤੇ ਆਪਣਾ ਹੋਏਗਾ 25 ਟਨ, ਤੇ ਕਿਸੇ ਖਾਸ ਗੱਲ ਹੋਵੇ ਕੋਈ ਕਿਧਰੇ ਲਿਖਿਆ ਹੋਵੇ ਫਿਰ 32 ਟਨ ਤੱਕ ਹੋ ਸਕਦਾ। ਇਸੇ 40 ਟਨ ਉੱਦਾਂ ਦੱਸਦਾ ਪਿਆ ਤੇ 44 ਟਨ ਕਹਿੰਦਾ ਹੋ ਸਕਦਾ, ਸੋ ਫਾਲਸੋ ਹੋ ਜਾਂਦਾ, ਇੱਦਾਂ ਨਹੀਂ ਹੋ ਸਕਦਾ। ਅਗਲਾ ਫਿਰ dipende dal tipo di pneumatici di cui è dotato il veicolo। ਕਹਿੰਦਾ ਗੱਡੀ ਦੇ ਟਾਇਰਾਂ ਤੇ ਵੀ ਡਿਪੈਂਡ ਕਰਦਾ ਹੈ। ਫਾਲਸੋ ਹੋ ਜਾਂਦਾ, ਗੱਡੀ ਦੇ ਟਾਇਰਾਂ ਤੇ ਨਹੀਂ ਡਿਪੈਂਡ ਕਰਦਾ, ਗੱਡੀ ਦੇ ਟਾਇਰ ਜੇਕਰ ਜਿਵੇਂ ਲਾਤੇ ਨੇ ਫਿਰ ਡਿਪੈਂਡ ਕਰੇਗਾ, ਸੋ ਇਹ ਫਾਲਸੋ। ਅਗਲਾ ਫਿਰ ਹੋਈ ਆ, ਪਰ ਇੱਥੇ ਕੋਈ ਐਕਸਲ ਨਹੀਂ ਦੱਸਿਆ ਨੇ ਕਿੰਨੇ ਐਕਸਲ ਨੇ ਕਿੰਨੇ ਨਹੀਂ, ਤੇ ਕਹਿੰਦਾ 15 ਟਨ ਦੀ ਲਿਮਟ ਆ ਸਾਲਵੋ ਕੇ ਟਰਾਂਸਪੋਰਟੀਨੋ ਲਿਕਵਿਡੀ, ਜਿਹੜੇ ਲਿਕੁਇਡ ਟਰਾਂਸਪੋਰਟ ਕਰਦੇ ਪਏ ਨੇ ਉਹਨਾਂ ਨੂੰ ਛੱਡ ਕੇ। ਫਾਲਸੋ ਹੋ ਜਾਂਦਾ ਵੀ ਕਿਉਂਕਿ ਐਸੀ ਕੋਈ ਗੱਲ ਨਹੀਂ ਹੈਗੀ, ਇੱਥੇ ਹਮੇਸ਼ਾ ਕੰਮ ਹੋਏਗਾ ਵੀ ਗੱਡੀ ਦੇ ਕਿੰਨੇ ਐਕਸਲ ਨੇ ਕਿੰਨੇ ਨਹੀਂ ਹੈਗੇ, ਗੱਡੀ ਵਿੱਚ ਏਅਰ ਸਸਪੈਂਸ਼ਨ ਹੈ ਕਿ ਨਹੀਂ ਹੈ, ਤੇ ਉਹ ਤੇ ਜਿਵੇਂ ਲਾਤੇ ਇਹਨਾਂ ਤਿੰਨਾਂ 'ਤੇ ਡਿਪੈਂਡ ਕਰਦਾ ਵੀ ਕਿੱਦਾਂ ਕਿੰਨਾ ਵਜ਼ਨ ਚੱਕ ਸਕਦੀ ਗੱਡੀ। ਠੀਕ ਹੈ ਜੀ, ਸੋ 153 ਕੰਪਲੀਟ ਆਪਣਾ ਹੋ ਚੁੱਕਿਆ। 154 ਨੰਬਰ ਪੇਜ ਆ। ਮਾਸਾ ਮਾਸੀਮਾ ਸੁਲਾਸੇ ਪਿਊ ਕਰਿਕਾਤੋ, ਮੈਕਸੀਮਮ ਵਜ਼ਨ ਐਕਸਲ 'ਤੇ ਜਿਹਨੂੰ ਜਿੱਥੇ ਆਪਾਂ ਲੋਡ ਕਰ ਸਕਦੇ ਹਾਂ। ਠੀਕ ਹੈ ਜੀ, ਕਿੰਨਾ ਲੋਡ ਆਪਾਂ ਇਹਦੇ ਪਾ ਸਕਦੇ ਹਾਂ। ਪਹਿਲਾ ਸਵਾਲ, ਲਾ ਮਾਸਾ ਮਾਸੀਮਾ ਮੈਸਾ ਸੁਲਾਸੇ ਪਿਊ ਕਰਿਕਾਤੋ ਨੋਨ ਪੋ ਸੁਪੇਰਾਰੇ 12 tonnellate। ਹੁਣ ਇੱਥੇ ਇਕੱਲੇ ਐਕਸਲ ਦੀ ਗੱਲ ਕਰਦਾ ਪਿਆ। ਠੀਕ ਹੈ, ਇੱਕ ਐਕਸਲ ਦੀ ਗੱਲ ਕਰਦਾ ਪਿਆ, ਜਿਹੜੀ ਵਜ਼ਨ ਦੀ ਇਜਾਜ਼ਤ ਹੈ ਨੋਨ ਪੋ ਸੁਪੇਰਾਰੇ, ਉਹ ਕ੍ਰੋਸ ਨਹੀਂ ਕਰ ਸਕਦੇ 12 ਟਨ ਦੇ ਵਜ਼ਨ ਨੂੰ। ਠੀਕ ਹੈ, ਸੋ ਹੈ ਵੇਰੋ। ਸੋ ਅਗਲੇ ਸਵਾਲ 'ਚ ਵੱਧਦੇ ਹਾਂ। ਲਾ ਮਾਸਾ ਮਾਸੀਮਾ ਮੈਸਾ su due assi contigui posti a una distanza non superiore a 1 metro non può superare le 12 tonnellate। ਹੁਣ ਧਿਆਨ ਦਿਓ ਇਸ ਸਵਾਲ ਵਿੱਚ, ਕਹਿੰਦਾ ਪਿਆ 2 ਐਕਸਲ ਨੇ, ਪਿੱਛੇ ਆਪਾਂ ਪੜ੍ਹ ਕੇ ਹਟੇ 2 ਐਕਸਲ ਦੇ 18 ਟਨ ਦਾ ਵਜ਼ਨ, ਇੱਥੇ 12 ਟਨ ਕਹਿੰਦਾ ਪਿਆ। ਸੋ ਇਹ ਕੀ ਕੰਡੀਸ਼ਨ ਇਹਨੇ ਦਿੱਤੀ ਹੈ, ਕਹਿੰਦਾ 2 ਐਕਸਲ ਨੇ ਤੇ ਦੋਨੋਂ ਮਿਲੇ ਹੋਏ ਨੇ। ਠੀਕ ਹੈ, ਦੋਨਾਂ ਨੂੰ ਮਿਲਾ ਕੇ ਜਿਹੜੇ ਲੱਗੇ ਹੋਏ ਨੇ ਇੱਕ ਦੂਰੀ 'ਤੇ ਜਿਹੜੀ ਜ਼ਿਆਦਾ ਨਹੀਂ ਹੈਗੀ 1 ਮੀਟਰ ਦੀ, ਮਤਲਬ 2 ਐਕਸਲ ਨੇ, ਦੋਨਾਂ ਦੇ ਵਿਚਕਾਰ ਜਿਹੜੀ ਆਪਸੀ ਦੂਰੀ ਆ ਉਹ 1 ਮੀਟਰ ਤੋਂ ਜ਼ਿਆਦਾ ਨਹੀਂ ਹੈਗੀ। ਫਿਰ ਕਹਿੰਦਾ ਨੋਨ ਪੋ ਸੁਪੇਰਾਰੇ, ਫਿਰ ਉਹ ਨਹੀਂ ਪਾਰ ਕਰ ਸਕਦਾ 12 ਟਨ ਨੂੰ। ਠੀਕ ਹੈ, 12 ਟਨ ਦੀ ਜਿਹੜੀ 12 ਟਨ ਤੋਂ ਜ਼ਿਆਦਾ ਉਹ ਕੋਈ ਵੀ ਸਮਾਨ ਨਹੀਂ ਲੈ ਕੇ ਜਾ ਸਕਦਾ। ਠੀਕ ਹੈ, ਸੋ ਇਹ ਵੀ ਵੇਰੋ। Per legge sull'asse più caricato dipende dal numero di ruote dell'asse। ਕਹਿੰਦਾ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਐਕਸਲ 'ਤੇ ਜਿਹੜਾ ਵਜ਼ਨ ਪਾਉਣਾ ਹੈ ਉਹ ਡਿਪੈਂਡ ਕਰਦਾ ਹੈ। ਐਕਸਲ ਦੀ ਗੱਲ ਹੁੰਦੀ ਹੈ ਸੁਲਾਸੇ। ਠੀਕ ਹੈ, ਸੋ ਐਕਸਲ ਦੀ ਗੱਲ ਕਰਦਾ ਪਿਆ, ਕਹਿੰਦਾ ਕਿੰਨੇ ਉਹਦੇ ਨੰਬਰ ਨੇ, ਕਿੰਨੇ ਉਹਦੇ ਟਾਇਰ ਨੇ ਉਹਦੇ ਐਕਸਲ 'ਤੇ, ਉਹਦੇ 'ਤੇ ਡਿਪੈਂਡ ਕਰਦਾ। ਸੋ ਫਾਲਸੋ, ਜਿਹੜਾ ਐਕਸਲ 'ਤੇ ਜਿਹੜਾ ਵਜ਼ਨ ਹੋਏਗਾ ਉਹ ਇਹਦੇ 'ਤੇ ਡਿਪੈਂਡ ਨਹੀਂ ਕਰਦਾ। ਸੁਲਾਸੇ ਪਿਊ ਕਰਿਕਾਤੋ non può superare le 14 tonnellate। ਕਹਿੰਦਾ ਜਿਹੜਾ ਵਜ਼ਨ ਦੀ ਇਜਾਜ਼ਤ ਹੈ ਮਾਸਾ ਮਾਸੀਮਾ ਉਹ ਨਹੀਂ ਪਾਰ ਕਰ ਸਕਦੇ 14 ਟਨ ਨੂੰ। ਠੀਕ ਹੈ, ਐਕਸਲ ਦੇ ਵਜ਼ਨ ਦੀ ਗੱਲ ਹੁੰਦੀ ਹੈ ਫਿਰ ਤੋਂ। ਸੋ ਇਹ ਫਾਲਸ ਹੋ ਜਾਂਦਾ ਕਿਉਂਕਿ ਇੱਥੇ 12 ਟਨ ਦੀ ਗੱਲ ਹੋਈ ਵੀ 12 ਟਨ ਨੂੰ ਪਾਰ ਨਹੀਂ ਕਰ ਸਕਦੇ, ਅਤੇ ਇੱਥੇ ਕਹਿੰਦਾ ਵਾ 14 ਟਨ, ਸੋ ਇਸ ਕਰਕੇ ਫਾਲਸ ਹੋ। 54 ਕੰਪਲੀਟ, ਵੱਧਦੇ ਹਾਂ ਅੱਗੇ। 55 ਹੁਣ ਇੱਥੇ ਮੈਜ਼ੀ ਦੀ ਓਪੇਰਾ ਦੀ ਆਪਣੀ ਲਿਮਿਟ ਹੋਏਗੀ ਵੀ ਉਹਨਾਂ ਦਾ ਉਹ ਕਿੰਨਾ ਵਜ਼ਨ ਚੱਕ ਸਕਦੇ ਨੇ। ਮੈਜ਼ੀ ਦੀ ਓਪੇਰਾ ਉਹ ਹੁੰਦੀਆਂ ਗੱਡੀਆਂ ਜਿਹੜੀ ਕੰਮ ਕਰਦੀਆਂ ਨੇ। ਠੀਕ ਹੈ, ਸੜਕ 'ਤੇ ਕੰਮ ਕਰਦੀਆਂ ਜਾਂ ਕਿਸੇ ਹੋਰ ਕੰਸਟਰਕਸ਼ਨ ਸਾਈਟ 'ਤੇ ਕੰਮ ਕਰਦੀਆਂ, ਉਹ ਗੱਡੀਆਂ ਦੀ ਗੱਲ ਕਰਦਾ ਪਿਆ। ਸੋ ਵੱਧਦੇ ਹਾਂ ਪਹਿਲੇ ਸਵਾਲ 'ਤੇ। nel caso di un mezzo d'opera la massa massima messa sull'asse più caricato non può superare le 13 tonnellate। ਕਹਿੰਦਾ ਇੱਕ ਮੈਜ਼ੋ d'opera ਵਿੱਚ ਜਿਹਦਾ ਮੈਕਸੀਮਮ ਵਜ਼ਨ ਪਰ ਐਕਸਲ ਦੀ ਗੱਲ ਕਰਦਾ ਪਿਆ sull'asse più caricato non può superare le 13 tonnellate, ਉਹ 13 ਟਨ ਦਾ ਵਜ਼ਨ ਨੂੰ ਪਾਰ ਨਹੀਂ ਕਰ ਸਕਦੇ। ਠੀਕ ਹੈ ਜੀ, ਸੋ è vero। La massa massima complessiva a pieno carico di un veicolo isolato a 2 assi non può superare le 20 tonnellate। ਕਹਿੰਦਾ ਹੁਣ ਇੱਥੇ ਧਿਆਨ ਦਿਓ, ਮੈਜ਼ੋ ਦੋਪੇਰਾ ਅਤੇ ਨੋਰਮਲ ਗੱਡੀਆਂ ਦਾ ਕੀ ਆ, ਵਹੀਕਲ ਜਾਂ ਮੋਟੋਰੇ ਅਤੇ ਮੈਜ਼ੋ ਦੋਪੇਰਾ ਵਿੱਚ ਕੀ ਫਰਕ ਆ, ਤੁਹਾਨੂੰ ਪਤਾ ਹੀ ਆ। ਮੈਜ਼ੋ ਦੋਪੇਰਾ ਉਹ ਹੁੰਦੀ ਗੱਡੀ ਜਿਹੜੀ ਕੰਮ 'ਤੇ ਵਰਤੀ ਜਾਂਦੀ ਜਦੋਂ ਕੰਮ ਕਰਦੇ ਹੋਏ ਕਿਸੇ ਵਰਕਿੰਗ ਸਾਈਟ 'ਤੇ ਜਾਂ ਕਿਧਰੇ ਹੋਰ। ਵਹੀਕਲ ਆ ਮੋਟੋਰੇ ਆਪਣੀ ਉਹ ਨੋਰਮਲ ਟਰੱਕ ਹੋਏਗਾ। ਠੀਕ ਹੈ ਜੀ, ਸੋ ਇੱਥੇ ਮੈਕਸੀਮਮ ਵਜ਼ਨ ਬਾਰੇ ਦੱਸਦਾ ਪਿਆ di un veicolo isolato a 2 assi, ਇੱਕ ਗੱਡੀ ਜਿਹਦੇ 'ਤੇ 2 ਐਕਸਲ ਨੇ, non può superare le 20 tonnellate, ਉਹ 20 ਟਨ ਤੋਂ ਜ਼ਿਆਦਾ ਨਹੀਂ ਹੋ ਸਕਦੇ। ਠੀਕ ਹੈ ਜੀ, ਇੱਥੇ ਧਿਆਨ ਰੱਖਿਓ ਮੈਜ਼ੋ ਦੋਪੇਰਾ ਦੀ ਗੱਲ ਹੁੰਦੀ ਹੈ ਇੱਥੇ, ਜੇਕਰ ਮੈਜ਼ੋ ਦੋਪੇਰਾ ਨਹੀਂ ਹੈਗਾ ਫਿਰ ਇਹ ਫਾਲਸੋ ਸੀ। ਹੁਣ ਇੱਥੇ ਵੇਰੋ ਆ ਕਿਉਂਕਿ ਮੈਜ਼ੋ ਦੀ ਓਪੇਰਾ ਦੀ ਗੱਲ ਹੁੰਦੀ ਆ। ਅਗਲਾ ਸਵਾਲ, a pieno carico di un veicolo isolato a 3 assi non può superare 33 tonnellate। ਹੁਣ 3 ਐਕਸਲ 'ਤੇ 33 ਟਨ ਦੀ ਗੱਲ ਹੁੰਦੀ ਆ, 2 'ਤੇ 20 ਦੀ, 3 'ਤੇ 33 ਦੀ। ਠੀਕ ਹੈ ਜੀ, ਸੋ ਇਹ ਗੱਲ ਦਾ ਬਿਲਕੁਲ ਧਿਆਨ ਰੱਖਿਓ, ਭੁੱਲ ਨਾ ਜਾਇਓ ਇਹਨੂੰ। ਅਗਲਾ ਫਿਰ ਮੈਜ਼ੋ ਦੋਪੇਰਾ ਦੀ ਗੱਲ ਹੁੰਦੀ, ਦੋਨੋਂ ਧਿਆਨ ਰੱਖਿਓ, ਮੈਜ਼ੋ ਦੋਪੇਰਾ ਦਾ ਹੋਰ ਵਜ਼ਨ ਹੈ
ਤੇ veicoli a motore ਇਹਨਾਂ ਦਾ ਵਜ਼ਨ ਹੋਰ ਆ। ਠੀਕ ਹੈ ਜੀ। ਸੋ ਅਗਲੇ ਸਵਾਲ 'ਚ ਕਹਿੰਦਾ ਪਹਿਲਾ massa complessiva a pieno carico di un veicolo isolato a 4 o più assi con 2 assi anteriori direzionali non può superare le 40 tonnellate। ਸੋ ਇਸ ਸਵਾਲ 'ਚ ਕਹਿੰਦਾ ਪਿਆ 2 ਐਕਸਲ ਨੇ ਅੰਤਰੀਓਰੇ ਅਗਲੇ ਵਾਲੇ ਡਾਇਰੈਕਸ਼ਨਲੀ ਜਿਹੜੇ ਘੁੰਮਦੇ ਨੇ, ਜਿਨ੍ਹਾਂ ਨੂੰ ਜਿਹੜਾ ਹੈਂਡਲ ਜਿਨ੍ਹਾਂ ਦਾ ਕੰਟਰੋਲ ਹੁੰਦਾ। ਸੋ ਕਹਿੰਦਾ ਜੇਕਰ 2 ਐਕਸਲ ਨੇ ਡਾਇਰੈਕਸ਼ਨਲੀ ਨੇ ਨੋਨ ਪੋ ਸੁਪਰਾਰੇ, ਉਹਨਾਂ ਦਾ ਇਹ ਵਜ਼ਨ ਨਹੀਂ ਵੱਧ ਸਕਦਾ 40 ਟਨ ਤੋਂ ਜ਼ਿਆਦਾ। ਠੀਕ ਹੈ, 4 ਐਕਸਲ ਟੋਟਲ ਨੇ ਤੇ 2 ਐਕਸਲ ਡਾਇਰੈਕਸ਼ਨਲੀ ਨੇ। ਠੀਕ ਹੈ ਜੀ। ਸੋ ਇਸ ਗੱਲ ਦਾ ਧਿਆਨ ਰੱਖਿਓ। ਸੋ ਇਹ ਵੀ ਵੇਰੋ la massa complessiva a pieno carico di un complesso di veicolo a 4 assi non può superare le 44 tonnellate। ਫਿਰ ਇੱਥੇ ਮੈਜੋ ਦੋ ਪੈਰਾ ਹੀ ਆ, ਗੱਡੀ ਆ ਕੰਮ ਕਰਨ ਵਾਲੀ। ਸੋ ਕਹਿੰਦਾ 4 ਐਕਸਲ ਹੋਣਗੇ ਤੇ ਉਹਦੇ 40 ਟਨ ਦਾ ਵਜ਼ਨ ਹੋਏਗਾ। ਸੋ ਇਹ ਵੀ ਵੇਰੋ। ਅਗਲਾ ਫਿਰ ਇੱਥੇ 5 ਟਨ ਦੀ ਗੱਲ ਕਰਦਾ ਹੈ। 5 ਜਾਂ 5 ਤੋਂ ਜ਼ਿਆਦਾ ਐਕਸਲ ਨੇ non può superare 56 tonnellate। 5 ਜਾਂ 5 ਤੋਂ ਜੇਕਰ ਜ਼ਿਆਦਾ ਐਕਸਲ ਹੋਣਗੇ ਤੇ ਉਹ 56 ਟਨ ਤੋਂ ਜ਼ਿਆਦਾ ਨਹੀਂ ਹੋ ਸਕਦਾ। salvo casi particolari, ਸਪੈਸ਼ਲ ਕੇਸ ਨੂੰ ਛੱਡ ਕੇ। ਠੀਕ ਹੈ, ਧਿਆਨ ਰੱਖਿਓ। ਅਗਲਾ ਸੋ ਇੱਥੇ ਵੀ ਫਿਰ 5 ਜਾਂ 5 ਤੋਂ ਜ਼ਿਆਦਾ ਐਕਸਲ ਹੋ ਗਏ। per trasporto di calcestruzzo in betoniera non può superare le 54 tonnellate। ਸੋ ਇਸ ਸਵਾਲ 'ਚ ਕਹਿੰਦਾ ਪਿਆ 5 ਜਾਂ 5 ਤੋਂ ਜ਼ਿਆਦਾ ਐਕਸਲ ਵਾਲੀ ਮੈਜੋ ਦੋ ਪੈਰਾ ਦੀ ਗੱਲ ਕਰਦਾ ਪਿਆ, ਜਿਹੜੀ ਟਰਾਂਸਪੋਰਟ ਕਰਦੀ ਪਈ ਹੈ ਆਪਣਾ ਕੰਕਰੀਟ ਨੂੰ ਬੇਤੋਨੀਏਰਾ ਵਿੱਚ। non può superare le 54 tonnellate, ਉਹ 54 ਟਨ ਤੋਂ ਜ਼ਿਆਦਾ ਨਹੀਂ ਹੋ ਸਕਦਾ। ਠੀਕ ਹੈ ਜੀ, ਕੰਕਰੀਟ ਵਾਲੀ ਬੇਤੋਨੀਏਰਾ। ਸੋ ਇਹ ਵੀ ਵੇਰੋ। ਅਗਲਾ la massa massima messa sull'asse più caricato non può superare le 18 tonnellate। ਕਹਿੰਦਾ ਗੱਡੀ ਜਿਨ੍ਹਾਂ ਨੂੰ ਇਜਾਜ਼ਤ ਦਿੱਤੀ ਗਈ ਆ ਮੈਕਸੀਮਮ ਵਜ਼ਨ ਦੀ ਸੁਲਾਸੇ ਪਿਊ ਕਰੀਕਾਤੋ। ਸੋ ਇੱਥੇ ਕਹਿੰਦਾ ਪਿਆ ਐਕਸਲ 'ਤੇ 18 ਟਨ ਤੋਂ ਜ਼ਿਆਦਾ ਆਪਾਂ ਨਹੀਂ ਲੋਡ ਕਰ ਸਕਦੇ। ਸੋ ਫਾਲਸੋ ਹੋ ਜਾਂਦਾ ਕਿਉਂਕਿ ਉੱਤੇ ਆਪਾਂ ਪੜ੍ਹ ਕੇ ਕਿੰਨਾ ਹਟੇ ਆ 13 tonnellate। ਠੀਕ ਹੈ ਜੀ। ਸੋ ਇਹ ਫਾਲਸੋ ਹੋ ਜਾਂਦਾ ਕਿਉਂਕਿ ਇੱਥੇ ਨੇ ਦਿੱਤਾ 18 ਟਨ। ਅਗਲਾ ਸਵਾਲ un veicolo isolato a 2 assi non può superare le 24 tonnellate। ਮੈਜੋ ਦੋ ਪੈਰਾ ਹੀ ਆ, ਧਿਆਨ ਰੱਖਿਓ। ਮੈਜੋ ਦੋ ਪੈਰਾ ਅਤੇ ਦੂਸਰੀ ਗੱਡੀ ਵਿੱਚ ਬਹੁਤ ਫਰਕ ਆ। ਸੋ ਕਹਿੰਦਾ 2 ਐਕਸਲ ਵਿੱਚ ਨਹੀਂ ਪਾਰ ਕਰ ਸਕਦਾ 24 ਟਨ। ਫਾਲਸੋ ਹੋ ਜਾਂਦਾ 2 ਐਕਸਲ 'ਤੇ ਆਪਾਂ 20 ਟਨ ਨੂੰ ਪਾਰ ਨਹੀਂ ਕਰ ਸਕਦੇ। ਅਗਲਾ ਕਹਿੰਦਾ 3 ਐਕਸਲ 'ਤੇ 40 ਟਨ ਨਹੀਂ ਪਾਰ ਕਰ ਸਕਦੇ। ਫਾਲਸੋ 3 ਐਕਸਲ 'ਤੇ ਆਪਾਂ 33 ਟਨ ਨਹੀਂ ਪਾਰ ਕਰ ਸਕਦੇ। ਉਸ ਤੋਂ ਅਗਲਾ 4 ਜਾਂ 4 ਤੋਂ ਜ਼ਿਆਦਾ ਐਕਸਲ con 2 assi anteriori direzionali non può superare le 50 tonnellate। ਠੀਕ ਹੈ ਜੀ, ਇਹਦਾ ਵੀ ਮੈਂ ਤੁਹਾਨੂੰ ਉੱਤੇ ਦੱਸ ਕੇ ਹਟਿਆ ਸੀ ਕੀ ਮਤਲਬ ਹੈ। ਸੋ ਕਹਿੰਦਾ 50 ਟਨ ਤੋਂ ਜ਼ਿਆਦਾ ਨਹੀਂ ਹੋ ਸਕਦਾ। ਫਾਲਸੋ ਹੋ ਜਾਂਦਾ ਕਿਉਂਕਿ ਆਪਾਂ ਇੱਥੇ 40 ਟਨ ਨੂੰ ਨਹੀਂ ਕ੍ਰੋਸ ਕਰ ਸਕਦੇ। ਸੋ ਇਹ ਸਾਰਾ ਕੁਝ ਬਸ ਇਹਨਾਂ ਨੇ ਨੰਬਰ ਹੀ ਚੇਂਜ ਕੀਤਾ ਹੋਇਆ, ਹੋਰ ਕੁਝ ਖਾਸ ਚੇਂਜ ਇਹਨਾਂ ਨੇ ਕੀਤਾ ਨਹੀਂ ਹੈਗਾ। ਅਗਲਾ ਕਹਿੰਦਾ 4 ਐਕਸਲ 'ਤੇ 54 ਟਨ ਨੂੰ ਨਹੀਂ ਪਾਰ ਕਰ ਸਕਦੇ। ਫਾਲਸੋ 4 ਐਕਸਲ 'ਤੇ ਆਪਾਂ 44 ਟਨ ਨੂੰ ਪਾਰ ਨਹੀਂ ਕਰ ਸਕਦੇ। ਅਗਲਾ 5 assi ਜਾਂ 5 ਤੋਂ ਜ਼ਿਆਦਾ 5 ਜਾਂ 5 ਤੋਂ ਜ਼ਿਆਦਾ ਐਕਸਲ ਹੋਣ, ਉਹ 66 ਟਨ ਨੂੰ ਪਾਰ ਨਹੀਂ ਕਰ ਸਕਦੇ। ਸੋ ਫਾਲਸੋ ਹੋ ਜਾਂਦਾ ਕਿਉਂ? ਕਿਉਂਕਿ ਉੱਥੇ 56 ਟਨ ਦੀ ਗੱਲ ਹੋਈ ਆ। ਅਗਲਾ 5 o più assi per trasporto di calcestruzzo in betoniera non può superare 64 tonnellate। 5 ਜਾਂ 5 ਤੋਂ ਜ਼ਿਆਦਾ ਐਕਸਲ ਜਿਹੜੀ ਕੰਕਰੀਟ ਨੂੰ ਟਰਾਂਸਪੋਰਟ ਕਰਦੀ ਵੀ ਬੇਤੋਨੀਏਰਾ ਵਿੱਚ, ਅਤੇ ਉਹ 64 ਟਨ ਤੋਂ ਕਹਿੰਦਾ ਵੱਧ ਨਹੀਂ ਹੋ ਸਕਦਾ। ਸੋ ਫਾਲਸੋ ਹੋ ਜਾਂਦਾ ਵੀ ਕਿਉਂਕਿ ਉਹ 56 ਟਨ ਤੋਂ ਵੱਧ ਨਹੀਂ ਹੋ ਸਕਦਾ। ਠੀਕ ਹੈ ਜੀ। ਸੋ ਫਾਲਸੋ। ਇਹ ਸਾਰੇ ਜਿਹੜੇ ਟਨ ਨੇ ਇਹਨਾਂ ਸਾਰਿਆਂ ਦੀ ਇੱਕ ਲਿਸਟ ਬਣਾ ਕੇ ਮੈਂ ਆਪਣੀ ਵੈਬਸਾਈਟ ਉੱਤੇ ਪੋਸਟ ਕਰ ਦਾਂਗਾ pbcochannel.com 'ਤੇ, ਪਰ ਫਿਲਹਾਲ ਟਾਈਮ ਨਹੀਂ ਹੈਗਾ ਜਿੱਦਾਂ ਤੁਹਾਨੂੰ ਪਤਾ ਹੀ ਆ। ਜਿੱਦਾਂ ਹੀ ਮੇਰੇ ਕੋਲ ਟਾਈਮ ਹੋਇਆ ਇਹਨਾਂ ਦੀ ਪ੍ਰੋਪਰ ਇੱਕ ਚਾਰਟ ਬਣਾ ਕੇ ਆਪਣੀ ਵੈਬਸਾਈਟ ਉੱਤੇ ਪੋਸਟ ਕਰ ਦਾਂਗਾ। ਅਤੇ ਜਿੱਦਾਂ ਤੁਹਾਨੂੰ ਇਹ ਜਿਹੜੇ ਸਾਰੇ ਵਜ਼ਨ ਨੇ ਜਾਂ ਜਿਹੜੀ ਵੀ ਆਪਣੀ ਲਿਮਟਾਂ ਨੇ ਉਹ ਸਾਰਿਆਂ ਦਾ ਤੁਹਾਨੂੰ ਸਹੀ ਤਰੀਕੇ ਨਾਲ ਪਤਾ ਲੱਗ ਜਾਏਗਾ, ਆਸਾਨੀ ਹੋ ਜਾਏਗੀ ਇੱਕ ਸਮਝਣ ਵਿੱਚ ਉਹਨੂੰ। ਠੀਕ ਹੈ ਜੀ। ਸੋ ਵੈਬਸਾਈਟ ਜ਼ਰੂਰ ਵਿਜ਼ਿਟ ਕਰਦੇ ਰਹੋ। 155 ਨੰਬਰ ਪੇਜ ਆਪਣਾ ਕੰਪਲੀਟ ਹੋ ਚੁੱਕਿਆ। 156 ਨੰਬਰ ਪੇਜ ਟਰਾਂਸਪੋਰਟੀ ਐਚੇਜ਼ionali। ਟਰਾਂਸਪੋਰਟ ਕਰਨਾ ਐਚੇਜ਼ionali ਹੁੰਦਾ ਕੋਈ ਵੱਡਾ ਜਿਹੜਾ ਟਰੱਕ ਆਪਾਂ ਵੇਖਦੇ ਰਾਤ ਦੇ ਟਾਈਮ ਜਿਹੜੇ ਚੱਲਦੇ ਨੇ, ਜਿਹੜਾ ਵੱਡਾ ਲੋਡ ਲੈ ਕੇ ਜਾਂਦੇ ਨੇ, ਕਾਫੀ ਵੱਡਾ ਸਮਾਨ ਹੁੰਦਾ ਜਿਹਨੂੰ ਨੋਰਮਲੀ ਆਪਾਂ ਨਹੀਂ ਲੈ ਕੇ ਜਾ ਸਕਦੇ। ਨੋਰਮਲ ਗੱਡੀ ਜਾਂ ਨੋਰਮਲ ਟਰੱਕ ਨਹੀਂ ਲੈ ਕੇ ਜਾ ਸਕਦਾ ਉਹਨੂੰ। ਸੋ ਉਹਦੇ ਲਈ ਇੱਕ ਸਪੈਸ਼ਲ ਗੱਡੀ ਬਣੀ ਹੁੰਦੀ ਜਿਹੜੀ ਉਸ ਸਮਾਨ ਨੂੰ ਲੈ ਕੇ ਜਾਂਦੀ ਆ। ਸੋ ਉਹਦੇ ਬਾਰੇ ਵੇਖਦੇ ਹਾਂ ਕੀ ਹਿਸਾਬ ਕਿਤਾਬ ਹੁੰਦਾ। Un trasporto viene definito in condizioni di eccezionalità quando il suo carico, ma non il veicolo, in sé supera i limiti di sagoma ordinariamente previsti dal codice della strada। ਸੋ ਇਸ ਸਵਾਲ 'ਚ ਕਹਿੰਦਾ ਪਿਆ ਇੱਕ ਟਰਾਂਸਪੋਰਟ viene definito, ਉਹਨੂੰ ਉਦੋਂ ਕਿਹਾ ਜਾ ਸਕਦਾ, ਡਿਫਾਈਨ ਕੀਤਾ ਜਾ ਸਕਦਾ ਇਨ condizioni, ਇਸ ਹਾਲਾਤ ਵਿੱਚ ਦੀ eccezionalità, ਵੀ ਜਦੋਂ ਉਹ ਸਮਾਨ eccezionalità ਹੋਵੇ ਮਤਲਬ ਅਸਾਧਾਰਨ ਹੋਵੇ, ਬਹੁਤ ਵੱਡਾ ਸਮਾਨ ਹੋਵੇ, ਐਸੇ ਸਮਾਨ ਨੂੰ ਉਦੋਂ eccezionalità ਕਿਹਾ ਜਾ ਸਕਦਾ। quando il suo carico, ਜਦੋਂ ਉਹਦਾ ਜਿਹੜਾ ਸਮਾਨ ਹੈ, ma non il veicolo, ਪਰ ਗੱਡੀ ਦੀ ਗੱਲ ਨਹੀਂ ਕਰਦਾ ਪਿਆ, ਸਿਰਫ ਸਮਾਨ ਦੀ ਗੱਲ ਕਰਦਾ ਪਿਆ। supera i limiti di sagoma, ਜਦੋਂ ਉਹ ਪਾਰ ਕਰ ਜਾਂਦਾ ਲਿਮਟ ਸ਼ੇਪ ਦੀ। ਸਾਗਮਾ ਹੁੰਦਾ ਸ਼ੇਪ, ਆਕਾਰ।
ordinariamente previsti dal codice della strada। ਕੋਡੀਚੇ ਦੈਲਾ ਸਟਰਾਦਾ ਹੁੰਦਾ ਹੈ ਕਾਨੂੰਨ, ਸੜਕ ਦੇ ਕਾਨੂੰਨ। ਸੜਕ ਦੇ ਕਾਨੂੰਨ ਦੇ ਹਿਸਾਬ ਨਾਲ ਜੇਕਰ ਵੱਧ ਜਾਂਦੀ ਆ ਉਹਦੀ ਲਿਮਟ ਸਾਗੋਮਾ ਦੀ, ਮਤਲਬ ਕਿ ਆਪਣਾ ਸ਼ੇਪ ਦੀ ਜੇਕਰ ਲਿਮਟ ਵੱਧ ਜਾਂਦੀ ਆ, ਫਿਰ ਕਹਿੰਦਾ ਉਸ ਸਮਾਨ ਨੂੰ ਉਦੋਂ ਐਚੈਜ਼ੀਓਨਾਲੀਤਾ ਕਿਹਾ ਜਾ ਸਕਦਾ। ਸੋ ਹੈ ਵੇਰੋ, ਸਮਾਨ ਜੇਕਰ ਵੱਡਾ ਹੋਏਗਾ ਉਹਨੂੰ ਐਚੈਜ਼ੀਓਨਾਲੀਤਾ ਕਿਹਾ ਜਾਏਗਾ, ਅਸਾਧਾਰਨ ਕਿਹਾ ਜਾਏਗਾ। ਅੱਗੇ ਕਹਿੰਦਾ il suo carico supera i limiti di sagoma o di massa ordinariamente previsti dal codice della strada। ਸੋ ਉਹੀ ਸੇਮ ਕਹਿੰਦਾ ਪਿਆ ਵੀ ਐਚੈਜ਼ੀਓਨਾਲੀਤਾ ਕਦੋਂ ਹੋਏਗਾ ਸਮਾਨ, ਜਦੋਂ ਸਮਾਨ ਪਾਰ ਕਰ ਜਾਂਦਾ ਹੈ ਲਿਮਿਟ ਦੀ ਸਾਗੋਮਾ, ਮਤਲਬ ਸ਼ੇਪ ਦੀ ਜਿਹੜੀ ਲਿਮਟ ਉਹਨੂੰ ਪਾਰ ਕਰ ਜਾਂਦਾ, ਅਤੇ ਵਜ਼ਨ ਜਿਹੜਾ ਉਹਦਾ ਉਹ ਵੀ ਵੱਧ ਹੋ ਜਾਂਦਾ ਕੋਡੀਚੇ ਦੈਲਾ ਸਟਰਾਦਾ ਦੇ ਹਿਸਾਬ ਨਾਲ। ਠੀਕ ਹੈ ਜੀ, ਕਾਨੂੰਨ ਦੇ ਹਿਸਾਬ ਨਾਲ, ਸੜਕ ਦੇ ਕਾਨੂੰਨ ਦੇ ਹਿਸਾਬ ਨਾਲ। ਸੋ ਵੀ ਵੇਰੋ il carico indivisibili sporge anteriormente oltre la sagoma। ਸੇਮ ਉਹੀ ਕਹਿੰਦਾ ਪਿਆ ਵੀ ਐਚੈਜ਼ੀਓਨਾਲੀਤਾ ਉਦੋਂ ਕਿਹਾ ਜਾ ਸਕਦਾ ਜਦੋਂ ਜਿਹੜਾ ਸਮਾਨ ਹੈ ਉਹਨੂੰ ਵੱਖਰਾ ਤੋੜਿਆ ਨਹੀਂ ਜਾ ਸਕਦਾ, ਮਤਲਬ ਇੱਕ ਟੋਟਲ ਇੱਕ ਸਮਾਨ ਹੈ, ਠੀਕ ਹੈ, ਵੰਡਿਆ ਨਹੀਂ ਜਾ ਸਕਦਾ ਉਹਨੂੰ, ਬਸ ਇੱਕੋ ਹੀ ਸਮਾਨ ਹੈ, ਉਹ ਅਲੱਗ ਅਲੱਗ ਨਹੀਂ ਕੀਤਾ ਜਾ ਸਕਦਾ ਉਹਨੂੰ। ਸਪੋਰਜੇ ਫੈਲਦਾ ਪਿਆ ਅੰਤਰੀਓਰਮੇਨ 'ਤੇ ਅਗਲੇ ਵਾਲੇ ਹਿੱਸੇ 'ਤੇ, ਓਲਤਰੇਲਾ ਸਾਗੋਮਾ ਸ਼ੇਪ ਤੋਂ ਵੀ ਬਾਹਰ ਜੇਕਰ ਸਮਾਨ ਫੈਲਦਾ ਪਿਆ। ਠੀਕ ਹੈ ਜੀ, ਸੋ ਇਹ ਵੀ ਵੇਰੋ quando il carico indivisibile sporge posteriormente oltre i 3/10 della lunghezza del veicolo। ਵੀ ਜੇਕਰ ਸਮਾਨ ਪਿਛਲੇ ਵਾਲੇ ਹਿੱਸੇ 'ਚ ਫੈਲਦਾ ਪਿਆ 3/10 ਤੋਂ, ਮਤਲਬ 10 ਚੋਂ ਤੀਸਰਾ ਹਿੱਸਾ ਜੇਕਰ ਸਮਾਨ ਬਾਹਰ ਫੈਲਦਾ ਪਿਆ ਲੰਬਾਈ ਵਿੱਚ ਗੱਡੀ ਦੀ, ਤਾਂ ਉਹਨੂੰ ਕਿਹਾ ਜਾ ਸਕਦਾ ਐਚੈਜ਼ੀਓਨਾਲੀਤਾ। ਠੀਕ ਹੈ, ਸੋ ਇਹ ਵੀ ਵੇਰੋ। ਅੱਗੇ ਕਹਿੰਦਾ ਪਿਆ se il mezzo d'opera che lo effettua eccede i limiti di massa relativi alla sua categoria। ਜੇਕਰ ਮੈਜ਼ੋ d'opera ਕੰਮ ਕਰਨ ਵਾਲੀ ਜਿਹੜੀ ਗੱਡੀਆਂ ਹੁੰਦੀਆਂ ਨੇ, effettua eccede ਮਤਲਬ ਕਿ ਉਹਦਾ ਵੱਧ ਜਾਂਦੀ ਆ ਲਿਮਟ ਵਜ਼ਨ ਦੀ, ਰਿਲਾਤੀਵੀ alla sua categoria ਉਹਦੀ ਕੈਟੇਗਰੀ ਦੇ ਹਿਸਾਬ ਨਾਲ, ਜੇਕਰ ਉਹਦੇ ਵਜ਼ਨ ਦਾ ਸਾਈਜ਼ ਵੱਧ ਜਾਂਦਾ, ਜਿਹੜੀ ਦੀ ਲਿਮਟ ਆ ਉਹ ਵੱਧ ਜਾਂਦੀ ਹੈ, ਫਿਰ ਉਹ ਐਚੈਜ਼ੀਓਨਾਲੀਤਾ ਵਿੱਚ ਆ ਸਕਦਾ, ਟਰਾਂਸਪੋਰਟ ਐਚੈਜ਼ੀਓਨਾਲੀ ਵਿੱਚ ਆ ਸਕਦਾ। ਠੀਕ ਹੈ ਜੀ, ਸੋ ਇਹ ਵੀ ਵੇਰੋ quando trasporta merci pericolosi radioattive। ਕਹਿੰਦਾ ਜਦੋਂ ਟਰਾਂਸਪੋਰਟ ਕੀਤਾ ਜਾਂਦਾ ਇੱਕ ਐਸਾ ਸਮਾਨ ਜਿਹੜਾ ਖਤਰਨਾਕ ਹੁੰਦਾ ਅਤੇ ਰੇਡੀਓ ਐਕਟਿਵ ਹੁੰਦਾ। ਰੇਡੀਓ ਐਕਟਿਵ ਮਤਲਬ ਇੱਕ ਤਰ੍ਹਾਂ ਦਾ ਖਤਰਨਾਕ ਪਦਾਰਥ ਹੀ ਆਪਾਂ ਕਹਿ ਸਕਦੇ ਹਾਂ, ਇੰਗਲਿਸ਼ ਵਿੱਚ ਤਾਂ ਕਹਾਂਗੇ, ਹਿੰਦੀ 'ਚ ਹੁਣ ਮੈਨੂੰ ਤਾਂ ਪਤਾ ਨਹੀਂ, ਨਾ ਪੰਜਾਬੀ 'ਚ ਪਤਾ ਨਾ ਉਰਦੂ 'ਚ। ਸੋ ਰੇਡੀਓ ਐਕਟਿਵ ਜੇਕਰ ਕੋਈ ਪਦਾਰਥ ਨੂੰ ਲੈ ਕੇ ਜਾਣ ਡਿਆ, ਸੋ ਉਹ ਵੀ ਇੱਕ ਖਤਰਨਾਕ ਮਟੀਰੀਅਲ ਹੀ ਹੁੰਦਾ। ਜੇਕਰ ਉਹਨੂੰ ਟਰਾਂਸਪੋਰਟ ਕੀਤਾ ਜਾਣ ਡਿਆ ਅਤੇ ਉਸ ਹਾਲਾਤ ਵਿੱਚ ਉਹਨੂੰ ਕਹਿੰਦਾ ਐਚੈਜ਼ੀਓਨਾਲੀਤਾ ਕਿਹਾ ਜਾ ਸਕਦਾ, ਫਾਲਸੋ ਉਹਨੂੰ ਐਚੈਜ਼ੀਓਨਾਲੀਤਾ ਨਹੀਂ ਕਿਹਾ ਜਾ ਸਕਦਾ। I trasporti in condizioni di eccezionalità devono essere svolti solo nelle ore diurne। ਕਹਿੰਦਾ ਜਿਹੜਾ ਟਰਾਂਸਪੋਰਟ ਕਰਨਾ ਐਚੈਜ਼ੀਓਨਾਲੀਤਾ ਵਾਲਾ ਉਹ ਸਿਰਫ ਕੀਤਾ ਜਾਏਗਾ ਦਿਨ ਦੇ ਟਾਈਮ ਵਿੱਚ, ਫਾਲਸੋ ਰਾਤ ਦੇ ਟਾਈਮ ਕੀਤਾ ਜਾਂਦਾ। Quando il tipo di merce trasportata è diversa da quella indicata sulla carta di circolazione। ਕਹਿੰਦਾ ਜਦੋਂ tipo di merce ਜਿਹੜਾ ਸਮਾਨ ਹੈ ਜਿਹੜਾ ਟਰਾਂਸਪੋਰਟ ਕੀਤਾ ਜਾਂਦਾ ਹੈ ਉਹ ਅਲੱਗ ਹੈ, ਵੱਖਰਾ ਹੈ, da quella indicata ਜਿਹੜਾ ਇੰਡੀਕੇਟ ਕੀਤਾ ਗਿਆ ਕਾਰਤਾ ਦੀ circolazione ਉੱਤੇ, ਮਤਲਬ ਕਿ ਆਪਣੀ ਲਿਬਰੇਤੋ 'ਤੇ ਜਿਹੜਾ ਸਮਾਨ ਲਿਖਿਆ ਹੀ ਉਹਦੇ ਨਾਲੋਂ ਵੱਖਰਾ। ਸੋ ਫਾਲਸੋ ਐਸਾ ਵੀ ਕੁਛ ਨਹੀਂ ਹੈਗਾ, ਪਤਾ ਨਹੀਂ ਕਿੱਥੋਂ ਦੀ ਮਟੀਰੀਅਲ ਨੂੰ ਮੇਰਚੇ ਨੂੰ ਲਿਖੀ ਜਾਂਦਾ ਕਾਰਤਾ ਦੀ circolazione ਉੱਤੇ, ਸੋ ਇਹ ਫਾਲਸੋ ਹੋ ਜਾਂਦਾ। ਅਗਲਾ si trasportano prodotti alimentari freschi nei giorni festivi। ਕਹਿੰਦਾ ਜਿਹੜੀ ਗੱਡੀ ਹੁੰਦੀ, ਜਿਹੜੀ ਆਪਣਾ ਐਚੈਜ਼ੀਓਨਾਲੀਤਾ ਸਮਾਨ ਹੁੰਦਾ ਹੈ ਜਦੋਂ ਗੱਡੀ ਟਰਾਂਸਪੋਰਟ ਕਰਦੀ ਹੁੰਦੀ ਹੈ ਫਰੈਸ਼ ਸਮਾਨ ਖਾਣ ਪੀਣ ਵਾਲਾ, nei giorni festivi ਛੁੱਟੀ ਵਾਲੇ ਦਿਨਾਂ ਵਿੱਚ। ਫਾਲਸੋ ਪਤਾ ਨਹੀਂ ਕਿੱਥੋਂ ਦੀ ਉੱਠ ਕੇ ਆਇਆ ਸਵਾਲ ਹੈ, ਸੋ ਬਿਲਕੁਲ ਹੀ ਬੇਸਲੈਸ ਗੱਲ ਆ, ਬਿਲਕੁਲ ਹੀ ਝੂਠੀ ਗੱਲ ਆ। ਸੋ ਫਾਲਸੋ ਹੋ ਜਾਂਦਾ, ਪੜ੍ਹਦੇ ਹੀ ਪਤਾ ਲੱਗ ਜਾਣਾ ਚਾਹੀਦਾ ਇਹਦਾ, ਕਿਉਂਕਿ ਐਚੈਜ਼ੀਓਨਾਲੀਤਾ ਹੁੰਦਾ ਇੱਕ ਬਹੁਤ ਵੱਡਾ ਸਮਾਨ, ਜਿਵੇਂ ਕੋਈ ਕਿਧਰ ਰੋਕਟ ਲਾਂਚ ਹੋਣਾ ਉਹ ਰੋਕਟ ਦੇ ਹਿੱਸੇ। ਮੈਂ ਸਿਰਫ ਉੱਦਾਂ ਇੱਕ ਐਗਜ਼ਾਮਪਲ ਤੁਹਾਨੂੰ ਦੇਣਾ ਪਿਆ, ਇੱਦਾਂ ਦੇ ਹੋਰ ਵੀ ਬਹੁਤ ਸਾਰੇ ਮਟੀਰੀਅਲ ਹੁੰਦੇ ਨੇ ਜਿਹੜੇ ਸਾਈਜ਼ ਵਿੱਚ ਬਹੁਤ ਜ਼ਿਆਦਾ ਵੱਡੇ ਹੁੰਦੇ ਨੇ। ਸੋ ਉਹਨਾਂ ਨੂੰ ਟਰਾਂਸਪੋਰਟ ਕਰਨ ਲਈ ਰਾਤ ਦੇ ਟਾਈਮ 'ਤੇ ਜਿਹੜੀ ਗੱਡੀਆਂ ਨਿਕਲਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਟਰਾਂਸਪੋਰਟੋ ਐਚੈਜ਼ੀਓਨਾਲੀ। ਠੀਕ ਹੈ ਜੀ, ਸੋ ਇਹ ਫਾਲਸੋ ਹੋ ਜਾਂਦਾ ਕਿਉਂਕਿ ਖਾਣ ਪੀਣ ਵਾਲਾ ਸਮਾਨ ਉਸ ਕੈਟੇਗਰੀ ਵਿੱਚ ਨਹੀਂ ਆਉਂਦਾ। ਅਗਲਾ tutti i trasporti di materie esplosivi। ਕਹਿੰਦਾ ਐਚੈਜ਼ੀਓਨਾਲੀਤਾ ਉਸ ਹਾਲਾਤ ਵਿੱਚ ਕਿਹਾ ਜਾ ਸਕਦਾ ਜਦੋਂ ਕੋਈ ਐਸਾ ਮਟੀਰੀਅਲ ਟਰਾਂਸਪੋਰਟ ਕੀਤਾ ਜਾਂਦਾ ਜਿਹੜਾ ਐਕਸਪਲੋਸਿਵ ਆ, ਫਾਲਸੋ ਜਿਹੜਾ ਫਟ ਸਕਦਾ, ਉਹ ਉਸ ਸਮਾਨ ਨੂੰ ਕਹਿੰਦਾ, ਉਸੇ ਮਟੀਰੀਅਲ ਨੂੰ ਕਹਿੰਦਾ ਪਿਆ। ਸੋ ਫਾਲਸੋ ਐਸਾ ਵੀ ਕੁਛ ਨਹੀਂ ਹੈਗਾ। 156 ਆਪਣਾ ਕੰਪਲੀਟ ਹੋ ਚੁੱਕਿਆ। 157 ਨੰਬਰ ਪੇਜ। ਹੁਣ ਇੱਥੇ ਆ ਗਿਆ ਵਹੀਕਲੀ ਐਚੈਜ਼ੀਓਨਾਲੀ, ਗੱਡੀਆਂ ਦੀ ਗੱਲ ਹੋਣ ਡਈ ਆ। ਪਿੱਛੇ ਕੀ ਹੋਇਆ ਸੀ ਟਰਾਂਸਪੋਰਟ ਦੀ, ਮਤਲਬ ਜਿਹੜਾ ਆਪਾਂ ਲੋਡ ਟਰਾਂਸਪੋਰਟ ਕਰਦੇ ਪਏ ਸੀ, ਹੁਣ ਗੱਡੀਆਂ ਦੀ ਗੱਲ ਹੋਣ ਡਈ ਆ। ਸੋ ਚਲੋ ਜੀ ਵੱਧਦੇ ਹਾਂ ਪਹਿਲੇ ਸਵਾਲ 'ਤੇ। Vengono definiti eccezionali quei veicoli che in configurazione di marcia superano i limiti di massa o di sagoma ordinariamente previsti dal codice della strada। ਕਹਿੰਦਾ ਐਚੈਜ਼ੀਓਨਾਲੀ ਵਾਲੀ ਗੱਡੀਆਂ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਇਨ ਕਨਫਿਗੂਰਾzione ਦੀ ਮਾਰਚਾ, ਮਤਲਬ ਕਿ ਜਦੋਂ ਜਿਹੜਾ ਸਫ਼ਰ ਹੈ ਆਪਣਾ, ਜਿਹੜਾ ਰਸਤਾ ਹੈ ਉਹਨੂੰ ਕਨਫਿਗਰ ਕੀਤਾ ਜਾਂਦਾ, ਮਤਲਬ ਕਿ ਉਹਨੂੰ ਬਦਲਿਆ ਜਾਂਦਾ, ਉਹਨੂੰ ਥੋੜ੍ਹਾ ਜਿਹਾ ਅਲੱਗ ਕੀਤਾ ਜਾਂਦਾ। ਸੁਪੇਰਾਨੋ ਈ ਲਿਮਿਟੀ ਦੀ ਮਾਸਾ, ਅਤੇ ਜਿਹੜੀ ਵਜ਼ਨ ਦੀ ਜਿਹੜੀ ਲਿਮਟ ਆ ਉਹ ਪਾਰ ਹੋ ਜਾਂਦੀ ਆ। ਉਹਦੀ ਸਾਗੋਮਾ ਸ਼ੇਪ ਦੀ ਲਿਮਟ ਪਾਰ ਹੋ ਜਾਂਦੀ ਆ। ordinariamente previsti dal codice della strada, ਜਿਹੜਾ ਸੜਕ ਦੇ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਸੈੱਟ ਕੀਤਾ ਗਿਆ ਉਹਦੇ ਉਸ ਲਿਮਟ ਤੋਂ ਵੀ ਕ੍ਰੋਸ ਕਰ ਜੇ ਉਦੋਂ
उस हालात ਵਿੱਚ ਇਹਨੂੰ ਕਿਹਾ ਜਾ ਸਕਦਾ ਹੈ veicoli eccezionali। ਸੋ è vero। ਅਗਲਾ ਸਵਾਲ ਕਹਿੰਦਾ sono veicoli eccezionali i complessi di veicoli autorizzati che non rispettano le norme generali sul traino del veicolo। ਕਹਿੰਦਾ veicoli eccezionali ਉਹ ਹੁੰਦੀਆਂ ਨੇ, ਟੋਟਲ ਗੱਡੀ ਉਹ ਵਾਲੀ ਹੁੰਦੀ ਹੈ ਜਿਨ੍ਹਾਂ ਨੂੰ ਅਧਿਕਾਰ ਹੁੰਦਾ, ਅਥੋਰਿਟੀ ਹੁੰਦੀ ਆ ਕਿ ਨੋਨ ਰਿਸਪੈਕਟਨੋ, ਜਿਹੜੇ ਰਿਸਪੈਕਟ ਨਹੀਂ ਕਰਨਗੇ, ਲੈ ਨੋਰਮੇ, ਕਾਨੂੰਨ ਜਿਹੜੇ ਆਮ ਕਾਨੂੰਨ ਬਣਾਏ ਹੁੰਦੇ ਉਹਨਾਂ ਦੀ ਰਿਸਪੈਕਟ ਨਹੀਂ ਕਰਨਗੇ, ਸੁਲਤਰਾਇਨੋ ਦੇਈ veicoli, ਗੱਡੀਆਂ ਨੂੰ ਖਿੱਚਣ ਦੇ ਮਾਮਲੇ ਵਿੱਚ। ਠੀਕ ਹੈ ਜੀ, ਸੋ è vero। ਸੋ ਵੱਧਦੇ ਅਗਲੇ ਸਵਾਲ 'ਤੇ। ਅਗਲਾ ਸਵਾਲ ਕੀ ਕਹਿੰਦਾ ਹੈ i trasporti in condizioni di eccezionalità ed i veicoli eccezionali durante la circolazione devono avere accesa la segnalazione luminosa di pericolo insieme ad uno o più dispositivi a luce lampeggiante gialla, alle luci di posizione e ai proiettori anabbaglianti। ਕਹਿੰਦਾ ਜਦੋਂ ਟਰਾਂਸਪੋਰਟ ਕਰਨੇ ਪਿਆ ਐਸੀ ਕੰਡੀਸ਼ਨਾਂ ਵਿੱਚ, ਜਦੋਂ eccezionalità ਸਮਾਨ ਹੋਵੇ, ਮਤਲਬ ਕਿ ਬਹੁਤ ਵੱਡਾ ਸਮਾਨ ਹੋਵੇ, ਉਹਨੂੰ ਜਦੋਂ ਟਰਾਂਸਪੋਰਟ ਕਰਦੇ ਹੋਈਏ ਇਸ ਹਾਲਾਤ ਵਿੱਚ ਗੱਡੀ eccezionali ਨੂੰ durante la circolazione, ਸਫ਼ਰ ਦੇ ਦੌਰਾਨ, ਆਵਾਜਾਈ ਦੇ ਦੌਰਾਨ, devono avere accesa, ਉਹਨਾਂ ਨੂੰ ਜਗਾ ਕੇ ਰੱਖਣਾ ਚਾਹੀਦਾ segnalazione luminosa di pericolo, ਆਪਣੇ quattro frecce, insieme ad uno o più dispositivi a luce lampeggiante gialla, ਅਤੇ ਜਿਹੜੀ ਇੱਕ ਪੀਲੀ ਲਾਈਟ ਜਗਦੀ ਬੁਝਦੀ ਹੋਵੇ ਉਹ ਨਾਲ ਜਗਦੀ ਹੋਣੀ ਚਾਹੀਦੀ ਆ, ਚਲਦੀ ਹੋਣੀ ਚਾਹੀਦੀ ਆ, ਇੱਕ ਜਾਂ ਇੱਕ ਤੋਂ ਵੱਧ ਹੋਵੇ, uno o più। ਠੀਕ ਹੈ ਜੀ। alle luci di posizioni, ਅਤੇ ਲੂਚੀ ਦੀ ਪੋਜੀਸ਼ਨੀ ਵੀ ਜਗੀਆਂ ਹੋਣੀਆਂ ਚਾਹੀਦੀਆਂ ਨੇ, ਅਤੇ ਪ੍ਰੋਇਟੋਰੀ ਅਨਾਬਲਿਆਂਤੀ ਵੀ ਜਗੀਆਂ ਹੋਣੀਆਂ ਚਾਹੀਦੀਆਂ ਨੇ। ਠੀਕ ਹੈ ਜੀ, ਸੋ ਇਹ ਸਾਰੀਆਂ ਲਾਈਟਾਂ ਔਨ ਹੋਣੀਆਂ ਚਾਹੀਦੀਆਂ ਨੇ। ਸੋ vero। Un veicolo eccezionale eccedente la massa consentita è soggetto al pagamento di un indennizzo di usura all'ente proprietario della strada o dell'autostrada। ਕਹਿੰਦਾ ਗੱਡੀਆਂ ਜਿਹੜੀ eccezionali ਹੁੰਦੀਆਂ ਨੇ, eccedente la massa consentita, ਜਿਹੜਾ ਵਜ਼ਨ ਨੂੰ ਪਾਰ ਕਰ ਜਾਂਦੀਆਂ ਨੇ, è soggetto al pagamento, ਉਹਨਾਂ ਨੂੰ ਭੁਗਤਾਨ ਕਰਨਾ ਪੈਣਾ ਇੱਕ indennizzo ਦਾ, di usura, ਉਹਨਾਂ ਨੂੰ ਭੁਗਤਾਨ ਕਰਨਾ ਪੈਣਾ ਇੱਕ indennizzo di usura ਦਾ, ਲੈਂਤੇ ਪ੍ਰੋਪਰੀਟਾਰੀਆਂ ਨੂੰ, ਸੜਕ ਦੇ ਲੈਂਤੇ ਪ੍ਰੋਪਰੀਟਾਰੀਆਂ ਨੂੰ ਕਰ ਸਕਦੇ ਨੇ ਪੇਮੈਂਟ, ਜਾਂ ਪਾਗਾਮੈਂਟੋ ਜਿਹੜੀ ਹੈ ਜਿਹੜਾ ਭੁਗਤਾਨ ਹੈ ਉਹਨੂੰ ਕਰ ਸਕਦੇ ਨੇ, ਅਤੇ ਜਾਂ ਆਟੋਸਟਰਾਦਾ ਨੂੰ ਉਹਨਾਂ ਨੂੰ ਕਰਨੀ ਪੈਣੀ ਆ। ਠੀਕ ਹੈ ਜੀ, ਸੋ è vero। Non vengono definiti eccezionali i veicoli che superano i limiti di massa ordinariamente previsti dal codice della strada se non superano anche i limiti di sagoma। ਕਹਿੰਦਾ ਉਹਨਾਂ ਨੂੰ eccezionali ਨਹੀਂ ਕਿਹਾ ਜਾਂਦਾ ਗੱਡੀਆਂ ਜਿਹੜੀ ਪਾਰ ਕਰ ਜਾਂਦੀਆਂ ਨੇ ਵਜ਼ਨ ਦੀ ਲਿਮਟ ਨੂੰ, ਜਿਹੜੀ ਸੜਕ ਦੇ ਕਾਨੂੰਨ ਦੇ ਹਿਸਾਬ ਨਾਲ ਸੈੱਟ ਨੇ, ਜੇਕਰ ਉਹ ਪਾਰ ਨਾ ਕਰਨ ਆਪਣੀ ਸ਼ੇਪ ਦੀ ਲਿਮਟ ਨੂੰ। ਫਾਲਸੋ, ਸ਼ੇਪ ਦੀ ਲਿਮਟ ਅਤੇ ਵਜ਼ਨ ਦੋਨਾਂ ਨੂੰ ਪਾਰ ਕਰਨਾ ਪੈਣਾ। ਫਾਲਸੋ। è vietata la circolazione in autostrada dei veicoli eccezionali। ਕਹਿੰਦਾ ਆਟੋਸਟਰਾਦਾ 'ਤੇ ਸਫ਼ਰ ਨਹੀਂ ਕਰ ਸਕਦੀਆਂ। ਫਾਲਸੋ, ਸਫ਼ਰ ਕਰ ਸਕਦੀਆਂ ਨੇ, ਕਿਉਂਕਿ ਉੱਦਾਂ ਵੀ ਛੋਟੇ ਛੋਟੇ ਪਿੰਡਾਂ ਵਿੱਚੋਂ ਕੱਢਣਾ ਵੀ ਔਖਾ ਹੋਏਗਾ ਇਹਨਾਂ ਗੱਡੀਆਂ ਨੂੰ, ਕਿਉਂਕਿ ਕਿਸੇ ਪਿੰਡਾਂ ਵਿੱਚ ਛੋਟੇ ਜਿਹੜੇ ਚੌਂਕ ਹੁੰਦੇ ਨੇ, ਛੋਟੇ ਹੁੰਦੇ ਨੇ, ਇਹਨਾਂ ਦਾ ਘੁੰਮਣਾ ਬੜਾ ਔਖਾ ਹੋ ਜਾਂਦਾ ਉੱਥੇ। ਸੋ ਜ਼ਿਆਦਾਤਰ ਇਹਨਾਂ ਦਾ ਟਰਾਂਸਪੋਰਟ ਜਿਹੜਾ ਹੋਏਗਾ ਆਟੋਸਟਰਾਦਾ 'ਤੇ ਹੀ ਹੋਏਗਾ, ਜਿਹੜਾ ਲੰਮਾ ਰੂਟ ਹੋਏਗਾ। è considerato veicoli eccezionali un mezzo d'opera a 3 assi con massa complessiva a pieno carico pari a 32 tonnellate। ਕਹਿੰਦਾ ਇਹਨਾਂ ਨੂੰ ਸਮਝਿਆ ਜਾਂਦਾ ਹੈ, ਗੱਡੀਆਂ ਨੂੰ ਸਮਝਿਆ ਜਾਂਦਾ, eccezionali ਗੱਡੀਆਂ ਸਮਝਿਆ ਜਾਂਦਾ ਉਹਨਾਂ ਗੱਡੀਆਂ ਨੂੰ ਜਿਹੜੀ ਇੱਕ ਮੈਜ਼ੋ ਦੋਪੇਰਾ ਹੋਏਗੀ, ਜਿਹਦੇ 3 ਐਕਸਲ ਹੋਣਗੇ, ਅਤੇ ਜਿਹਦਾ ਟੋਟਲ ਵਜ਼ਨ ਬਰਾਬਰ ਹੋਏਗਾ 32 ਟਨ ਦੇ, ਸਿਰਫ 32 ਟਨ 'ਤੇ ਕਹਿੰਦਾ ਬਰਾਬਰ ਹੋਏਗਾ। ਸੋ ਫਾਲਸੋ, ਐਸਾ ਨਹੀਂ ਹੈਗਾ, ਨਾਲੇ ਉਹ ਮੈਜ਼ੋ ਦੋਪੇਰਾ ਨਹੀਂ ਹੁੰਦੀ। Non vengono definiti eccezionali i veicoli che superano i limiti di sagoma ordinariamente previsti dal codice della strada purché si tratti di veicoli ad almeno 5 assi। ਕਹਿੰਦਾ ਉਹਨਾਂ ਗੱਡੀਆਂ ਨੂੰ eccezionali ਨਹੀਂ ਕਿਹਾ ਜਾ ਸਕਦਾ ਜਿਨ੍ਹਾਂ ਦੀ ਜਿਹੜੀ ਆਪਣੀ ਪਾਰ ਕਰ ਜਾਂਦੀਆਂ ਨੇ, ਸ਼ੇਪ ਦੀ ਲਿਮਟ ਤੋਂ ਪਾਰ ਕਰ ਜਾਂਦੀਆਂ ਨੇ, ਜਿਹੜੀ ਕਿ ਕਾਨੂੰਨ ਦੇ ਹਿਸਾਬ ਨਾਲ ਨੇ, ਬਸ਼ਰਤੇ si tratti di veicoli ad almeno 5 assi। ਅਤੇ ਬਸ ਕਹਿੰਦਾ ਸ਼ਰਤ ਇਹੀ ਹੈ ਕਿ ਗੱਡੀ ਦੇ 5 ਐਕਸਲ ਹੋਣ। ਸੋ ਫਾਲਸੋ, ਐਸਾ ਵੀ ਕੁਛ ਨਹੀਂ ਹੈਗਾ। tutti i veicoli isolati che superano la lunghezza di 12 metri sono considerati veicoli eccezionali। ਕਹਿੰਦਾ ਗੱਡੀਆਂ ਜਿਨ੍ਹਾਂ ਦੀ ਲੰਬਾਈ 12 ਮੀਟਰ ਤੋਂ ਜ਼ਿਆਦਾ ਹੁੰਦੀ ਆ ਉਹਨਾਂ ਨੂੰ veicoli eccezionali ਸਮਝਿਆ ਜਾ ਸਕਦਾ। ਸੋ ਫਾਲਸੋ, ਐਸਾ ਵੀ ਨਹੀਂ ਹੈਗਾ। 157 ਕੰਪਲੀਟ, ਅਤੇ ਇਹਦੇ ਨਾਲ ਆਪਣਾ ਅੱਜ ਦਾ ਐਪੀਸੋਡ ਵੀ ਇੱਥੇ ਹੀ ਖਤਮ ਕਰਦੇ ਹਾਂ। ਅਤੇ ਹੁਣ ਗੱਲ ਕਰਦੇ ਹਾਂ ਪਿਛਲੀ ਵੀਡੀਓ 'ਚ ਪੁੱਛਿਆ ਗਿਆ ਸਵਾਲ ਅਤੇ ਨਵਾਂ ਸਵਾਲ। ਸੋ 124 ਨੰਬਰ ਪੇਜ ਤੋਂ ਅਸੀਂ ਸਵਾਲ ਪੁੱਛਿਆ ਸੀ ਆਪਣਾ ਕਿ ਗੱਡੀ ਜੇਕਰ ਰੁਕਾਵਟ ਪੈਦਾ ਕਰੇ ਜਾਤਾ ਉੱਤੇ ਖਰਾਬ ਹੋਣ ਦੇ ਮਾਮਲੇ ਵਿੱਚ ਡਰਾਈਵਰ ਨੂੰ ਦੇਵੇ spingere il veicolo, ਗੱਡੀ ਨੂੰ ਧੱਕਾ ਲਾਉਣਾ ਪੈਣਾ ਅਸੀਂ ਐਸੀ ਕਰੇ ਜਾਤਾ ਤੋਂ ਬਾਹਰ ਕੱਢਣ ਲਈ। ਸਿਚੋ non è possibile, ਜੇਕਰ ਮੁਮਕਿਨ ਨਹੀਂ ਹੈਗਾ ਇਹਨੂੰ ਧੱਕਾ ਲਾ ਕੇ ਬਾਹਰ ਕੱਢਣਾ, ਦੇਵੇ collocarlo sul margine destro della carreggiata, ਵੀ ਇਹਨੂੰ carreggiata ਦੇ ਸੱਜੇ ਵਾਲੇ ਹਿੱਸੇ 'ਤੇ ਖੜੀ ਕਰਨੀ ਪੈਣੀ ਆ। ਸੋ ਇਹਦਾ ਜਵਾਬ ਸੀ ਵੇਰੋ। ਠੀਕ ਹੈ ਜੀ। ਸੋ ਹਰ ਇੱਕ ਸਵਾਲ ਦਾ ਜਵਾਬ ਜ਼ਰੂਰ ਦਿਆ ਕਰੋ, ਸਿਰਫ ਇੱਕ ਵੀ ਜਾਂ ਐਫ ਹੀ ਲਿਖਣਾ ਹੁੰਦਾ। ਸੋ ਇਹਨਾਂ ਲਿਖ ਕੇ ਕਮੈਂਟਾਂ ਜਵਾਬ ਜ਼ਰੂਰ ਦਿਆ ਕਰੋ, ਅਤੇ ਆਪਣੇ ਜਿਹੜੇ ਵਿਚਾਰ ਹੁੰਦੇ ਨੇ ਕੀਮਤੀ ਵਿਚਾਰ ਜ਼ਰੂਰ ਦਿਆ ਕਰੋ ਕਮੈਂਟਾਂ ਵਿੱਚ। ਸੋ ਹੁਣ ਗੱਲ ਕਰਦੇ ਹਾਂ ਆਪਣੇ ਅੱਜ ਦੇ ਸਵਾਲ ਦੀ, ਅਤੇ ਉਸ ਤੋਂ ਪਹਿਲਾਂ ਜਿਹੜੇ ਭੈਣ ਭਰਾ ਨੇ ਅੱਜ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਦੇਣ, ਅਤੇ ਜਿਨ੍ਹਾਂ ਨੇ ਅੱਜ ਤੱਕ ਵੀਡੀਓ ਨੂੰ ਲਾਈਕ ਵੀ ਨਹੀਂ ਕੀਤਾ ਉਹ ਲਾਈਕ ਜ਼ਰੂਰ ਕਰ ਦੇਣ। ਸੋ ਚਲੋ ਜੀ ਗੱਲ ਕਰਦੇ ਹਾਂ ਆਪਣੇ ਅੱਜ ਦੇ ਸਵਾਲ ਦੀ।
So GM Raj da sval di notte quando mancano o sono insufficienti le luci posteriori di posizione o di emergenza è obbligatorio presegnalare il veicolo fermo con il segnale triangolare mobile di pericolo anche nei centri abitati। अपना जवाब मैंने कमेंटां च वेरो देवी ते फालसो दैव वीडियो लाइक करना भुल्लिओ ना ते जेह्ड़े भैन भरा तक चैनल सबसक्राइब भी नहीं किया सबसक्राइब जरूर कर दें नाल ओह्दे एक बैल वाला आइकन आंदा होएगा ਉਹਨੂੰ जरूर दबा जाओ ਤਾਂ ਜੋ ਤੁਹਾਨੂੰ हर एक वीडियो का नोटिफिकेशन मिल सके। सो चंगा जी मिलांगे आप सब जो नेक्स्ट वीडियो ਵਿੱਚ तब तक ਲਈ ਰੱਬ ਰੱਖਾ।